ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 153 ਦੀ ਵਾਰੀ ਹੈ ਜੀ। ਗੌੜੀ ਪੂਰਬੀ ਮਹੱਲਾ ਪੰਜਵਾਂ। ਮੇਰੇ ਮਨ ਗੁਰ 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 ਸਦ ਕਰੀਏ, ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕਿਉ ਬਲ ਹਰੀਏ ਰਹਾਓ। ਮੇਰੇ ਮਨ ਗੁਰ 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 ਸਦ ਕਰੀਏ, ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲ ਹਰੀਏ ਰਹਾਓ। ਜੇਤੇ ਸਾਸ ਗਰਾਸ ਮਨ ਲੇਤਾ, ਤੇਤੇ ਹੀ ਗੁਣ ਗਾਈਏ, ਜਿਉ ਹੋਏ ਦਿਆਲ ਸਤਿਗੁਰ ਆਪਣਾ, ਤਾਏ ਮਤ ਬੁੱਧ ਪਾਈਏ। ਮੇਰੇ ਮਨ ਨਾਮ ਲਏ ਜਮ ਬੰਧ ਤੇ ਛੂਟੇ, ਸਰਬ ਸੁਖਾਂ ਸੁਖ ਪਾਈਏ। ਸੇਵ ਸੁਆਮੀ ਸਤਿਗੁਰ ਦਾਤਾ, ਮਨ ਵਾਂਛਤ ਫਲ ਆਈਏ। ਨਾਮ ਇਸ਼ਟ ਮੀਤ ਸੁਤ ਕਰਤਾ, ਮਨ ਸੰਗ ਤੁਹਾਰੇ ਚਾਲੇ। ਕਰ ਸੇਵਾ ਸਤਿਗੁਰ ਆਪਣੇ ਕੀ, ਗੁਰ ਤੇ ਪਾਈਏ ਪਾਲੇ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ, ਬਿਨਸੇ ਸਰਬ ਅੰਧੇਸਾ। ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ, ਬਿਨਸੇ ਸਰਬ ਅੰਧੇਸਾ। ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਇਸ ਸ਼ਬਦ ਵਿੱਚ ਗੁਰੂ ਜੀ ਮਨ ਨੂੰ ਸੰਬੋਧਿਤ ਕਰਦਿਆਂ ਕਹਿ ਰਹੇ ਹਨ ਜੀ ਕਿ ਹੇ ਮੇਰੇ ਮਨ, ਤੂੰ ਸਾਸ ਗਰਾਸ ਹਰ ਸਾਹ ਲੈਣ ਦੇ ਨਾਲ ਨਾਲ ਜੇ ਉਸ ਪਰਮੇਸ਼ਰ ਨਾਲ ਜੁੜੇ ਤਾਂ ਹੀ ਉਸ ਵਿੱਚ ਤੂੰ ਪਰਮੇਸ਼ਰ ਦੇ ਨਾਲ ਜੁੜ ਸਕਦਾ ਹੈ ਜੀ। ਭਾਵ ਤਾਂ ਹੀ ਤੂੰ ਆਪਣੇ ਮੋਹ ਮਾਇਆਵੀ ਵਿਕਾਰਾਂ 'ਤੇ ਕਾਬੂ ਪਾ ਕੇ, ਜੋ ਕਿ ਰਤਨ ਜਨਮ ਵਰਗਾ ਮਨੁੱਖਾ ਜੀਵਨ ਪਰਮੇਸ਼ਰ ਨੇ ਸਾਨੂੰ ਬਖਸ਼ਿਆ ਹੈ ਜੀ, ਤਾਂ ਹੀ ਸਾਡਾ ਆਉਣਾ ਸਫਲ ਹੋਏਗਾ ਜੀ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਜੇ ਅਸੀਂ ਹਿੰਮਤ ਕਰੀਏ ਹਰ ਰੋਜ਼ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜਨ ਦੀ ਜੀ, ਅਤੇ ਉਸ ਨਾਲ ਹਰ ਵੇਲੇ ਉਸ ਨੂੰ ਯਾਦ ਰੱਖੀਏ, ਤਾਂ ਅਸੀਂ ਆਪਣੀਆਂ ਤ੍ਰਿਸ਼ਨਾਵਾਂ ਮਾਇਆਵੀ ਵਿਕਾਰਾਂ 'ਤੇ ਕਾਬੂ ਪਾ ਕੇ ਆਪਣੇ ਅਸਲ ਮੂਲ ਨਾਲ ਜੁੜ ਸਕਦੇ ਹਾਂ ਜੀ। ਸੋ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਤੈਨੂੰ ਹਮੇਸ਼ਾ ਪਰਮੇਸ਼ਰ ਗੁਰੂ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਗੁਰੂ ਸਿਮਰਨ ਕਰਨਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਨੇ ਸਾਨੂੰ ਇਹ ਰਤਨ ਜਨਮ, ਭਾਵ ਇਹ ਕਈ ਜਨਮਾਂ 'ਤੇ ਭਟਕਣ ਤੋਂ ਬਾਅਦ ਹੀਰੇ ਵਰਗਾ ਮਨੁੱਖਾ ਜੀਵਨ ਬਖਸ਼ਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਗੁਰੂ ਨੇ ਇਸ ਲਈ ਸਾਨੂੰ ਇਹ ਬਖਸ਼ਿਆ ਹੈ ਜੀ। ਸੋ ਇਸ ਲਈ ਗੁਰੂ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਦਰਸ਼ਨ ਤੋਂ ਸਾਨੂੰ ਬਲਿਹਾਰੇ ਜਾਣਾ ਚਾਹੀਦਾ ਹੈ ਜੀ। ਭਾਵ ਪਰਮੇਸ਼ਰ ਗੁਰੂ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਧੰਨਵਾਦ ਕਰਨਾ ਚਾਹੀਦਾ ਹੈ ਜੀ ਕਿ ਉਸਨੇ ਸਾਨੂੰ ਇਹ ਹੀਰੇ ਵਰਗਾ ਮਨੁੱਖਾ ਜੀਵਨ ਬਖਸ਼ਿਆ ਹੈ ਜੀ, ਜੋ ਕਿ ਕਿੰਨੇ ਜੂਨਾਂ ਤੋਂ ਬਾਅਦ ਹਾਸਲ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਸਾਨੂੰ ਹਰ ਸਾਸ ਗਰਾਸ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਗੁਣ ਗਾਉਣੇ ਚਾਹੀਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਜਦੋਂ ਪਰਮੇਸ਼ਰ ਸਤਿਗੁਰ ਦਿਆਲ ਹੁੰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਤਾਂ ਹੀ ਇਹੋ ਜਿਹੀ ਮਤ ਬੁੱਧੀ ਸਾਨੂੰ ਪ੍ਰਾਪਤ ਹੁੰਦੀ ਹੈ ਜੀ। ਭਾਵ
ਅਸੀਂ ਜੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਹਰ ਰੋਜ਼ ਜੁੜੀਏ ਤਾਂ ਫਿਰ ਪਰਮੇਸ਼ਰ ਆਪਣੀ ਮਿਹਰ ਕਿਰਪਾ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਲੈਣ ਨਾਲ ਜਮਾਂ ਦੇ ਬੰਧਨਾਂ ਤੋਂ ਛੁਟਕਾਰਾ ਮਿਲ ਜਾਵੇਗਾ ਜੀ। ਭਾਵ ਸਾਡਾ ਆਉਣਾ ਜਾਣਾ ਖਤਮ ਹੋ ਜਾਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਸਾਡੇ ਸਾਰੇ ਸੁੱਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਭ ਕੁਝ ਪ੍ਰਾਪਤ ਅਸੀਂ ਕਰ ਲਵਾਂਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਤੂੰ ਸਾਨੂੰ ਆਪਣਾ ਮਾਲਕ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਸਤਿਗੁਰ ਮਾਲਕ ਨਾਲ ਉਸ ਦੀ ਸੇਵਾ ਕਰ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਤਰ੍ਹਾਂ ਸਾਡੇ ਕੋਲ ਸਾਰੇ ਮਨ ਇੱਛੇ ਫਲ ਸਾਨੂੰ ਪ੍ਰਾਪਤ ਹੋ ਜਾਣਗੇ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜਨ ਨਾਲ ਸਾਡੀਆਂ ਤ੍ਰਿਸ਼ਨਾਵਾਂ ਕਾਬੂ 'ਚ ਆ ਜਾਣਗੀਆਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੀ ਇਸ਼ਟ ਮਿੱਤਰ ਪੁੱਤਰ ਅਤੇ ਪਰਮੇਸ਼ਰ ਕਰਤਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਸਾਡੇ ਅੰਤ ਸਮੇਂ ਵੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੀ ਸਾਡੇ ਸਾਥੀ ਦੇ ਰੂਪ ਵਿੱਚ ਸਾਡੇ ਨਾਲ ਚੱਲੇਗਾ ਜੀ। ਹੋਰ ਕਿਸੇ ਨੇ ਨਾਲ ਨਹੀਂ ਜੇ ਜਾਣਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਹੇ ਮੇਰੇ ਮਨ, ਤੂੰ ਆਪਣੇ ਪਰਮੇਸ਼ਰ ਸਤਿਗੁਰ ਦੀ ਸੇਵਾ ਕਰ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਕਿਉਂਕਿ ਇਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਧਨ ਪਰਮੇਸ਼ਰ ਗੁਰੂ ਤੋਂ ਹੀ ਪੱਲੇ ਪਾਈਦਾ ਹੈ ਜੀ। ਭਾਵ ਪਰਮੇਸ਼ਰ ਦੀ ਮਿਹਰ ਤੇ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਜਦੋਂ ਦਿਆਲ ਕਿਰਪਾਲੂ ਪਰਮੇਸ਼ਰ ਨੇ ਆਪਣੀ ਮਿਹਰ ਕਿਰਪਾ ਕੀਤੀ ਤਾਂ ਸਾਡੇ ਸਾਰੇ ਅੰਦੇਸ਼ੇ ਫਿਕਰ ਨਾਸ਼ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਅਸੀਂ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਕੀਰਤਨ ਦੁਆਰਾ ਅਜਿਹਾ ਸੁੱਖ ਪ੍ਰਾਪਤ ਕਰ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਨਾਲ ਸਾਡੇ ਸਾਰੇ ਦੁੱਖ ਕਲੇਸ਼ ਮਿਟ ਗਏ ਹਨ ਜੀ, ਭਾਵ ਖਤਮ ਹੋ ਗਏ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹੇ ਮੇਰੇ ਮਨ, ਤੂੰ ਸਦਾ ਗੁਰੂਆਂ ਦੇ ਦੱਸੇ ਹੋਏ ਗੁਰਬਾਣੀ ਰੂਪ ਵਾਹਿਗੁਰੂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਆਰਾਧਨਾ ਤੇ ਸਾਧਨਾ ਕਰ ਜੀ। ਫਿਰ ਗੁਰੂ ਜੀ ਕਹਿੰਦੇ ਜੋ ਕਿ ਆਤਮਿਕ ਸੁੱਖ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਸਾਡੇ ਸਰੀਰ ਦੇ ਹਰ ਸਾਸ ਗਰਾਸ ਧੜਕਣ ਵਿੱਚ, ਹਿਰਦੇ ਵਿੱਚ, ਮਨ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਸ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤਾਂ ਸਾਡਾ ਆਉਣਾ ਜਾਣਾ ਸਫਲ ਹੋ ਜਾਵੇਗਾ ਜੀ। ਸਾਡਾ ਬੇੜਾ ਪਾਰ ਹੋ ਜਾਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਸ ਗਰਾਸ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਣ ਨਾਲ ਅਤੇ ਉਸਦੇ ਚਰਨਾਂ ਗੁਰੂ ਰੂਪ ਚਰਨਾਂ ਨਾਲ ਜੁੜਨ ਨਾਲ ਸਾਡੇ ਸਾਰੇ ਕਸ਼ਟ ਦੂਰ ਹੋ ਜਾਣਗੇ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਕਰ ਸੇਵਾ ਸਤਿਗੁਰ ਆਪਣੇ ਕੀ, ਗੁਰ ਤੇ ਪਾਈਏ ਪਾਲੇ। ਕਰ ਸੇਵਾ ਸਤਿਗੁਰ ਆਪਣੇ ਕੀ, ਗੁਰ ਤੇ ਪਾਈਏ ਪਾਲੇ। ਭਾਵ ਸਾਡੀਆਂ ਤ੍ਰਿਸ਼ਨਾਵਾਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਖਤਮ ਹੋ ਜਾਣਗੀਆਂ
ਅਤੇ ਇਹ ਸਭ ਕੁਛ ਪੋਸੀਬਲ ਤਾਂ ਹੀ ਸੰਭਵ ਹੈ ਜੀ, ਅਗਰ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਆਪਣਾ ਮਿੱਤਰ, ਪੁੱਤਰ, ਗੁਰੂ ਤੇ ਕਰਤਾਰ ਸਭ ਕੁਝ ਸਮਝੀਏ ਜੀ। ਭਾਵ ਉਹ ਪਰਮੇਸ਼ਰ ਕਿਰਪਾਲੂ, ਉਹੀ ਸਾਰੇ ਰਿਸ਼ਤੇ, ਉਸੇ ਵਿੱਚ ਹੀ ਸਾਰੇ ਰਿਸ਼ਤੇ ਆ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਜੇ ਇਹ ਪੱਕਾ ਹੋ ਜਾਵੇ, ਦ੍ਰਿੜ ਹੋ ਜਾਵੇ ਜੀ, ਤਾਂ ਜਾਣੋ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਲਿਵ ਲੱਗ ਜਾਂਦੀ ਹੈ ਜੀ, ਅਤੇ ਪਰਮੇਸ਼ਰ ਵੱਲੋਂ ਫਿਰ ਉਸ ਦੀ ਦਿਆਲਤਾ, ਉਸ ਦੀ ਬਖਸ਼ਿਸ਼ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਮਿਹਰ ਕਿਰਪਾ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੇ ਕੀਰਤਨ ਵਿੱਚ ਲੱਗਣ ਨਾਲ, ਟਿਕਣ ਨਾਲ, ਹਿਰਦੇ 'ਚ ਵਸਾਉਣ ਨਾਲ, ਮਨ 'ਚ ਵਸਾਉਣ ਨਾਲ ਸਾਡੇ ਸਾਰੇ ਦੁੱਖ, ਕਲੇਸ਼, ਅੰਦੇਸ਼ੇ ਮਿਟ ਜਾਂਦੇ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਦੱਸਦੇ ਹਨ, ਗੁਰ ਕਿਰਪਾਲ ਕਿਰਪਾ ਪ੍ਰਭਧਾਰੀ ਬਿਨਸੇ ਸਰਬ ਅੰਦੇਸਾ, ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ। ਗੁਰ ਕਿਰਪਾਲ ਕਿਰਪਾ ਪ੍ਰਭਧਾਰੀ ਬਿਨਸੇ ਸਰਬ ਅੰਦੇਸਾ, ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।